ਪੰਥ ਦੀ ਚੜ੍ਹਦੀ ਕਲਾ, ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਸਮਾਜ ਦੀ ਭਲਾਈ ਲਈ ਹਰ ਵੇਲੇ ਤਤਪਰ ਰਹਿਣ ਵਾਲੇ ਸਰਦਾਰ ਪਰਮਜੀਤ ਸਿੰਘ ਵੀਰ ਜੀ ਦਿੱਲੀ ਦੇ ਪੰਥਕ ਹਲਕਿਆਂ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਸਮਾਜ ਦੀ ਸੇਵਾ, ਪੰਥਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਪਰਮਜੀਤ ਸਿੰਘ ਵੀਰ ਜੀ ਪਿਛਲੇ ਕਈ ਦਹਾਕਿਆਂ ਤੋਂ ਜਿਸ ਸਮਰਪਿਤ ਭਾਵਨਾ ਨਾਲ ਪੰਥ ਕੌਮ ਦੀ ਸੇਵਾ ਨਿਭਾ ਰਹੇ ਹਨ, ਉਹ ਆਪਣੇ ਆਪ ਵਿੱਚ ਹੀ ਇਤਿਹਾਸਕ ਹੈ। ਸੰਗਤ ਦੀ ਸੇਵਾ ਅਤੇ ਪੰਥ ਦੀ ਬਿਹਤਰੀ ਲਈ ਹਰ ਵੇਲੇ ਕੰਮ ਕਰਦੇ ਰਹਿਣਾ ਹੀ ਉਹਨਾਂ ਦੀ ਜ਼ਿੰਦਗੀ ਦਾ ਮੂਲ ਫਲਸਫਾ ਬਣ ਚੁੱਕਾ ਹੈ। ਪੰਥਕ ਸੇਵਾ ਦਲ ਦਾ ਮੂਲ ਫਲਸਫਾ ਹੀ ਪੰਥ ਦੀ ਅਗਵਾਈ ਤੋਂ ਵੱਧ ਪੰਥ ਦੀ ਸੇਵਾ ਹੈ। ਜਿਸ ਦੌਰ ਵਿੱਚ ਪੰਥ ਦੀ ਸੇਵਾ ਸੰਭਾਲ ਲਈ ਚੁਣੇ ਸੇਵਾਦਾਰ ਮੁਕੱਦਸ ਪੰਥਕ ਸੰਸਥਾਵਾਂ ਦੇ ਮਾਲਕ ਬਣ ਬੈਠੇ ਹਨ, ਮੁਕੱਦਸ ਸੰਸਥਾਵਾਂ ਦੀ ਸਾਖ ਅਸਰ ਅੰਦਾਜ਼ ਹੋਈ ਹੈ, ਉਸ ਦੌਰ ਵਿੱਚ ਪੰਥਕ ਸੇਵਾ ਦਲ ਤੋਂ ਪੰਥ ਨੂੰ ਵੱਡੀਆਂ ਉਮੀਦਾਂ ਹਨ, ਪੰਥ ਅਤੇ ਕੌਮ ਨੂੰ ਵੱਡੀਆਂ ਸੰਭਾਵਨਾਵਾਂ ਹਨ। ਸਰਦਾਰ ਪਰਮਜੀਤ ਸਿੰਘ ਵੀਰ ਜੀ ਦੀ ਜ਼ਿੰਦਗੀ ਦਾ ਮੂਲ ਫਲਸਫਾ ਹੀ ਪੰਥ ਅਤੇ ਸਮਾਜ ਦੀ ਸੇਵਾ ਹੈ। ਉਹਨਾਂ ਦੀ ਇਸੇ ਨਿਸ਼ਕਾਮ ਸੇਵਾ ਭਾਵਨਾ ਨੇ ਉਹਨਾਂ ਨੂੰ ਦਿੱਲੀ ਦੇ ਪੰਥਕ ਹਲਕਿਆਂ ਵਿੱਚ ਜੋ ਮਾਣ ਬਖਸ਼ਿਆ ਹੈ, ਉਸ ਨੂੰ ਸ਼ਬਦਾਂ ਜ਼ਰੀਏ ਬਿਆਨ ਕਰਨਾ ਸੰਭਵ ਨਹੀਂ। ਪਿਛਲੇ ਦਹਾਕਿਆਂ ਦਾ ਇਤਿਹਾਸ ਉਹਨਾਂ ਵੱਲੋਂ ਨਿਸ਼ਕਾਮ ਸਮਾਜ ਸੇਵਾ, ਪੰਥ ਦੀ ਬਿਹਤਰੀ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਕਾਰਜਾਂ ਅਤੇ ਦੂਜਿਆਂ ਦੀ ਮਦਦ ਲਈ ਹਰ ਵੇਲੇ ਤਤਪਰਤਾ ਉਹਨਾਂ ਦੀ ਪਹਿਚਾਣ ਬਣ ਚੁੱਕੀ ਹੈ। ਪੰਥਕ ਕਾਰਜਾਂ ਦਾ ਜਦੋਂ ਵੀ ਜ਼ਿਕਰ ਛਿੜਦਾ ਹੈ ਤਾਂ ਉਸ ਵਿੱਚ ਜ਼ਿਕਰ ਸਰਦਾਰ ਪਰਮਜੀਤ ਸਿੰਘ ਜੀ ਦਾ ਨਾ ਹੋਵੇ, ਇਹ ਸੰਭਵ ਨਹੀਂ। ਦਿੱਲੀ ਦੀ ਸਿੱਖ ਕੌਮ ਸਿੱਖ ਧਰਮ ਦੀ ਦੂਜੀ ਵੱਡੀ ਮੁਕੱਦਸ ਨੁਮਾਇੰਦਾ ਸੰਸਥਾ ਦੀ ਅਗਵਾਈ ਲਈ ਨਵੀਂ ਕਮੇਟੀ ਚੁਣਨ ਜਾ ਰਹੀ ਹੈ, ਤਾਂ ਇਸ ਮੌਕੇ ਪੰਥਕ ਸੇਵਾ ਦਲ ਵੱਲੋਂ ਸਰਦਾਰ ਪਰਮਜੀਤ ਸਿੰਘ ਵੀਰ ਜੀ ਵਰਗੀ ਪੰਥਕ ਸੇਵਾ ਦੇ ਜਜ਼ਬੇ ਨੂੰ ਪ੍ਰਣਾਈ ਸ਼ਖਸੀਅਤ ਇੱਕ ਨਵਾਂ ਰਾਹ ਵਿਖਾ ਰਹੀ ਹੈ। ਉਹਨਾਂ ਵੱਲੋਂ ਪੰਥਕ ਅਤੇ ਸਮਾਜ ਸੇਵਾ ਦੇ ਨਿਭਾਏ ਕਾਰਜਾਂ ਦਾ ਜ਼ਿਕਰ ਕਰੀਏ ਤਾਂ ਸਮਾਂ ਘੱਟ ਜਾਵੇਗਾ, ਪਰ ਮੋٹے ਤੌਰ ਤੇ ਵੇਖੀਏ ਤਾਂ ਅਹਿਮ ਜ਼ਿੰਮੇਵਾਰੀਆਂ ਉੱਪਰ ਰਹਿੰਦਿਆਂ ਉਹਨਾਂ ਨੇ ਮਿਲੀ ਹਰ ਵੱਡੀ ਜ਼ਿੰਮੇਵਾਰੀ ਨੂੰ ਇੱਕ ਨਿਮਾਣੇ ਸਿੱਖ ਵਜੋਂ ਨਿਭਾਇਆ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਧਰਮ ਪ੍ਰਚਾਰ ਦੇ ਚੇਅਰਮੈਨ ਦੀ ਸੇਵਾ ਉਹਨਾਂ ਨੇ ਸਾਲ 2010 ਤੋਂ 2012 ਤੱਕ ਜਿਸ ਤਨਦੇਹੀ ਨਾਲ ਨਿਭਾਈ, ਉਸ ਨੂੰ ਪੰਥਕ ਹਲਕਿਆਂ ਵਿੱਚ ਅੱਜ ਵੀ ਬੜੇ ਮਾਣ ਦੇ ਨਾਲ ਯਾਦ ਕੀਤਾ ਜਾਂਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਧਰਮ ਪ੍ਰਚਾਰ ਕਮੇਟੀ ਵਿੱਚ ਬਤੌਰ ਕੋ ਚੇਅਰਮੈਨ ਉਹਨਾਂ ਨੇ 2012 ਤੋਂ ਸਾਲ 2013 ਤੱਕ ਸੇਵਾਵਾਂ ਦਿੱਤੀਆਂ ਅਤੇ ਧਰਮ ਪ੍ਰਚਾਰ ਦੇ ਖੇਤਰ ਨੂੰ ਨਵੀਂ ਦਿਸ਼ਾ ਦਿੱਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪ੍ਰਿੰਟਿੰਗ ਪ੍ਰੈਸ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਮੇਤ ਧਾਰਮਿਕ ਸਾਹਿਤ ਦੀ ਛਪਾਈ ਦਾ ਕਾਰਜ ਹੁੰਦਾ ਹੈ, ਉੱਥੇ ਬਤੌਰ ਚੇਅਰਮੈਨ 2012 ਤੋਂ 2013 ਤੱਕ ਉਹਨਾਂ ਦੇ ਕੰਮ ਅੱਜ ਵੀ ਬੋਲਦੇ ਹਨ। ਸਿਆਸਤ ਵਿੱਚ ਸਿੱਖ ਕੌਮ ਦੀ ਅਗਵਾਈ ਲਈ ਵੀ ਉਹ ਅੱਗੇ ਆ ਰਹੇ ਹਨ। ਸਾਲ 2012 ਵਿੱਚ ਸਰਦਾਰ ਪਰਮਜੀਤ ਸਿੰਘ ਵੀਰ ਜੀ ਨੇ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੇ ਸਹਿਯੋਗ ਨਾਲ ਸਿੱਖ ਸੈੱਲ ਦਾ ਗਠਨ ਕੀਤਾ। ਇਸੇ ਪ੍ਰਕਾਰ ਸ਼੍ਰੀ ਅਕਾਲ ਉਸਤਤ ਸੇਵਾ ਸੁਸਾਇਟੀ, ਮਾਈ ਭਾਗੋ ਜੀ ਵਿਧਵਾ ਭਲਾਈ ਕੇਂਦਰ, ਲਾਈਵ ਫਾਊਂਡੇਸ਼ਨ ਅਤੇ ਗੁਰਬਾਣੀ ਰਿਸਰਚ ਫਾਊਂਡੇਸ਼ਨ ਦਾ ਗਠਨ ਵਰਗੇ ਕੰਮਾਂ ਨਾਲ ਸਰਦਾਰ ਪਰਮਜੀਤ ਸਿੰਘ ਵੀਰ ਜੀ ਲਗਾਤਾਰ ਸਮਾਜ ਸੇਵਾ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਭਰਪੂਰ ਯੋਗਦਾਨ ਪਾ ਰਹੇ ਹਨ। ਸਾਲ 2004 ਵਿੱਚ ਸ਼ਾਹਪੁਰਾ ਤਿਲਕ ਨਗਰ ਵਿੱਚ ਉਹਨਾਂ ਨੇ ਮਾਈ ਭਾਗੋ ਵਿਧਵਾ ਭਲਾਈ ਕੇਂਦਰ ਦੀ ਸ਼ੁਰੂਆਤ ਕੀਤੀ, ਜੋ ਪਿਛਲੇ ਕਰੀਬ 16 ਸਾਲ ਤੋਂ ਸੈਂਕੜੇ ਵਿਧਵਾ ਔਰਤਾਂ ਨੂੰ ਮੁਫਤ ਰਾਸ਼ਨ ਸਮੇਤ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਲਾਈਫ ਫਾਊਂਡੇਸ਼ਨ ਦੇ ਤਹਿਤ ਮਾਤਾ ਗੰਗਾ ਜੀ ਵਿਧਵਾ ਕਲਿਆਣ ਯੋਜਨਾ ਤਹਿਤ ਪਿਛਲੇ ਲੰਮੇ ਸਮੇਂ ਤੋਂ ਮਦਦ ਪਹੁੰਚਾਈ ਜਾ ਰਹੀ ਹੈ। ਗੁਰਬਾਣੀ ਰਿਸਰਚ ਫਾਊਂਡੇਸ਼ਨ ਦੇ ਜ਼ਰੀਏ ਉਹ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਇਸ ਲਈ ਬਕਾਇਦਾ ਸਮੇਂ-ਸਮੇਂ ਤੇ ਕੈਂਪ ਵੀ ਲਗਾਏ ਜਾਂਦੇ ਹਨ, ਜਿਸ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਬਾਣੇ ਅਤੇ ਬਾਣੀ ਨਾਲ ਜੋੜਨਾ ਹੈ, ਧਾਰਮਿਕ ਸਾਹਿਤ ਦੀ ਛਪਾਈ ਕਰਕੇ ਲੋਕਾਂ ਤੱਕ ਪਹੁੰਚਾਉਣਾ ਹੈ। ਗੁਰਬਾਣੀ ਰਿਸਰਚ ਫਾਊਂਡੇਸ਼ਨ ਸਿੱਖ ਧਰਮ ਦੀ ਸੇਵਾ ਕਰਨ ਨੂੰ ਵੀ ਪ੍ਰੇਰਦੀ ਹੈ। ਧਰਮ ਪ੍ਰਚਾਰ ਅਤੇ ਪ੍ਰਸਾਰ ਦਾ ਜੋ ਕੰਮ ਨੁਮਾਇੰਦਾ ਸੰਸਥਾਵਾਂ ਅਤੇ ਉਹਨਾਂ ਦੇ ਆਗੂ ਵੀ ਨਹੀਂ ਕਰ ਸਕੇ, ਉਹ ਸਰਦਾਰ ਪਰਮਜੀਤ ਸਿੰਘ ਵੀਰ ਜੀ ਦੀ ਸੁਚੱਜੀ ਅਗਵਾਈ ਹੇਠ ਗੁਰਬਾਣੀ ਰਿਸਰਚ ਫਾਊਂਡੇਸ਼ਨ ਜ਼ਰੀਏ ਬਾਖੂਬੀ ਹੋ ਰਿਹਾ ਹੈ। ਲਾਈਫ ਫਾਊਂਡੇਸ਼ਨ ਜ਼ਰੀਏ ਸਮਾਜ ਭਲਾਈ ਅਤੇ ਲੋੜਵੰਦਾਂ ਦੀ ਜਿਸ ਸ਼ਿੱਦਤ ਨਾਲ ਉਹਨਾਂ ਨੇ ਸੇਵਾ ਅਤੇ ਮਦਦ ਕੀਤੀ ਹੈ ਜਾਂ ਹੋ ਰਹੀ ਹੈ, ਉਸ ਦਾ ਕੋਈ ਸਾਨੀ ਨਹੀਂ। ਤਖਤਾਂ ਦੀ ਯਾਤਰਾ ਲਈ ਲੋੜਵੰਦ ਸਿੱਖ ਪਰਿਵਾਰਾਂ ਦਾ ਪੂਰਾ ਖਰਚਾ ਚੁੱਕ ਸ੍ਰੀ ਹਜ਼ੂਰ ਸਾਹਿਬ ਸਮੇਤ
ਦਰਸ਼ਨ ਕਰਵਾਉਣ ਸਮੇਤ ਕੈਂਸਰ ਚੈੱਕਅਪ ਕੈਂਪ ਜਾਂ ਫਿਰ ਕਿਸੇ ਵੀ ਪ੍ਰਕਾਰ ਦੀ ਮਦਦ ਹੋਵੇ, ਲਾਈਫ ਫਾਊਂਡੇਸ਼ਨ ਜ਼ਰੀਏ ਉਹਨਾਂ ਵੱਲੋਂ ਪਾਇਆ ਯੋਗਦਾਨ ਲਾਮਿਸਾਲ ਹੈ। ਉਹਨਾਂ ਦੇ ਇਨ੍ਹਾਂ ਹੀ ਇਤਿਹਾਸਕ ਕੰਮਾਂ ਦੇ ਕਰਕੇ ਸਾਲ 2011 ਵਿੱਚ ਪਰਮਜੀਤ ਸਿੰਘ ਵੀਰ ਜੀ ਨੂੰ ਉਸ ਵੇਲੇ ਦੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਨਾਲ ਉਸ ਵੇਲੇ ਸਨਮਾਨਿਤ ਵੀ ਕੀਤਾ ਸੀ। ਇਸ ਵੇਲੇ ਸਿੱਖ ਕੌਮ ਜਦੋਂ ਪੰਥਕ ਸਿਆਸਤ ਵਿੱਚ ਨਿਗਾਰ ਸੰਸਥਾਵਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਸਮੇਤ ਅੰਦਰਲੀਆਂ ਅਤੇ ਬਾਹਰਲੀਆਂ तमाम ਚੁਣੌਤੀਆਂ ਦੇ ਦੌਰ ਵਿੱਚੋਂ ਲੰਘ ਰਹੀ ਹੈ ਤਾਂ ਉਸ ਦਰਮਿਆਨ ਸਿੱਖ ਮਰਿਆਦਾ, ਸਿੱਖ ਵਿਰਾਸਤ ਉੱਪਰ ਨਿਡਰਤਾ ਅਤੇ ਸੱਚੀ ਸੁੱਚੀ ਭਾਵਨਾ ਨਾਲ ਪੰਥਕ ਸੇਵਾ ਦਲ ਪਹਿਰਾ ਦਿੰਦਾ ਕੁੱਪ ਹਨੇਰੇ ਵਿੱਚ ਇੱਕ ਆਸ ਦੀ ਮਿਸਾਲ ਫੜੀ ਦਲਗਤ ਰਾਜਨੀਤੀ ਵਿੱਚ ਪੰਥਕ ਸਿਆਸਤ ਦੀ ਚੜ੍ਹਦੀ ਕਲਾ ਦਾ ਸੁਨੇਹਾ ਦੇ ਰਿਹਾ ਹੈ। ਇਸ ਮਿਸਾਲ ਨੂੰ ਸੰਭਾਲੀ ਅੱਗੇ ਵਧ ਰਹੇ ਸਰਦਾਰ ਪਰਮਜੀਤ ਸਿੰਘ ਵੀਰ ਜੀ ਵਰਗੀਆਂ ਰੌਸ਼ਨ ਖਿਆਲ ਪੰਥਕ ਸੁਹਿਰਦ ਸ਼ਖਸੀਅਤਾਂ ਇੱਕ ਆਸ ਦੀ ਕਿਰਨ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਾਡਾ ਜੋ ਵਿਜ਼ਨ ਹੈ ਪੰਥਕ ਸੇਵਾ ਦਲ ਦਾ, ਉਹ ਵਿਜ਼ਨ ਹੈ ਕਿ ਜੋ ਐਜੂਕੇਸ਼ਨ ਦਾ ਮਿਆਰ, ਜੋ ਹੈਲਥ ਦਾ ਮਿਆਰ, ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦਾ ਮਿਆਰ, ਜੋ ਧਰਮ ਪ੍ਰਚਾਰ ਦਾ ਮਿਆਰ, ਯੂਥ ਦੀ ਪ੍ਰੋਬਲਮਸ ਦਾ ਮਿਆਰ, ਜੋ ਵਰਤਮਾਨ ਕਮੇਟੀ ਜਾਂ ਜੋ ਪਿਛਲੀਆਂ ਕਮੇਟੀਆਂ ਸਨ, ਇਹਨਾਂ ਕਰਕੇ ਜੋ ਬਹੁਤ ਸਾਰਾ ਮਿਆਰ ਸਾਡਾ ਥੱਲੇ ਗਿਰ ਗਿਆ ਹੈ, ਇਹ ਅਸੀਂ ਉੱਚਾ ਕਰਨਾ ਹੈ। ਸਾਡਾ ਮਿਸ਼ਨ ਵੀ ਇਹੀ ਹੈ। ਸਾਡਾ ਸਭ ਤੋਂ ਪਹਿਲਾ ਮਿਸ਼ਨ ਕੀ ਹੈ ਕਿ ਅਸੀਂ ਐਜੂਕੇਸ਼ਨ ਵਾਲੇ ਪਾਸੇ ਧਿਆਨ ਦੇਣਾ। ਸਾਡੀਆਂ ਭੈਣਾਂ ਨੂੰ, ਸਾਡੀਆਂ ਬੱਚੀਆਂ ਨੂੰ, ਜੋ ਟੀਚਰਸ ਨੇ, ਜੋ ਮੈਡਮਸ ਨੇ, ਉਹਨਾਂ ਨੂੰ ਤਨਖਾਹ ਤੱਕ ਨਹੀਂ ਮਿਲ ਰਹੀ। ਤੇ ਤਨਖਾਹ ਨਹੀਂ ਮਿਲ ਰਹੀ ਔਰ ਐਜੂਕੇਸ਼ਨ ਦੇ ਮਾਰ ਇੰਨਾ ਡਾਊਨ ਹੋ ਗਿਆ ਕਿ ਮੈਨੂੰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਸਾਡੇ ਸਿੱਖ ਬੱਚੇ ਵੀ GHPS ਐਡਮਿਸ਼ਨ ਲੈਣਾ ਨਹੀਂ ਚਾਹੁੰਦੇ। ਤੇ ਐਜੂਕੇਸ਼ਨ ਦਾ ਜੋ ਸਾਡਾ ਮਿਆਰ ਇਹਨੂੰ ਉੱਚਾ ਕਰਨਾ, ਇਹ ਵੀ ਸਾਡਾ ਮਿਸ਼ਨ ਵੀ ਸਾਡਾ ਇਹੀ ਹੈ। ਇਸ ਦੇ ਨਾਲ ਨਾਲ ਜੋ ਹੈਲਥ ਦੀ ਗੱਲ ਹੈ, ਕਮਿਟਮੈਂਟ ਕੁਝ ਹੋਰ ਹੁੰਦੀ ਹੈ ਔਰ ਹੋ ਕੁਝ ਹੋਰ ਜਾਂਦਾ ਹੈ। ਕਮਿਟਮੈਂਟ ਹੋਈ ਸੀ 550 ਮਲਟੀਪਲ ਬੈੱਡਸ ਦੇ ਹਸਪੀਟਲ ਬਣਾਉਣ ਦੀ ਕਮਿਟਮੈਂਟ, ਉਸ ਕਮਿਟਮੈਂਟ ਨੂੰ ਦਰਕਿਨਾਰ ਕਰਕੇ ਤੇ ਡਾਇਲਿਸਿਸ ਸੈਂਟਰ ਬਣਾ ਦਿੱਤਾ ਗਿਆ। ਇਸ ਤਰ੍ਹਾਂ ਦੇ ਜੋ ਹੈਲਥ ਦੀ ਵੀ ਕਮਿਟਮੈਂਟ ਸੀ ਦੋਨੋਂ ਪਾਰਟੀਆਂ ਵੱਲੋਂ, ਮੈਂ ਕਹਾਂਗਾ ਸਰਨਾਮ ਪਾਰਟੀ ਔਰ ਬਾਦਲ ਪਾਰਟੀ ਵੱਲੋਂ, ਇਹ ਝੂਠੀ ਸਾਬਤ ਹੋਈ। ਸੋ ਪੰਥਕ ਸੇਵਾ ਦਲ ਸੰਗਤ ਨੂੰ ਰਿਕੁਐਸਟ ਕਰੇਗੀ ਕਿ ਅਸੀਂ, ਇਹ ਸਾਡਾ ਮਿਸ਼ਨ ਹੈ। ਸਾਡਾ ਮੇਨ ਮਿਸ਼ਨ ਕੀ ਹੈ? ਸੰਗਤ ਦੀ ਸੇਵਾ ਕਰਨੀ। ਸੰਗਤ ਦੀ ਸੇਵਾ ਕਿਵੇਂ ਕਰ ਸਕਦੇ ਹਾਂ ਅਸੀਂ? ਸੰਗਤ ਦੀ ਸੇਵਾ ਅਸੀਂ ਐਜੂਕੇਸ਼ਨ ਦੇ ਰੂਪ ਵਿੱਚ ਕਰ ਸਕਦੇ ਹਾਂ, ਅਸੀਂ ਹੈਲਥ ਦੇ ਰੂਪ ਵਿੱਚ ਕਰ ਸਕਦੇ ਹਾਂ, ਅਸੀਂ ਜੋ ਗੁਰਦੁਆਰੇ ਦੇ ਸਾਡੇ ਸਾਫ਼ ਸੰਭਾਲ ਉਹ ਠੀਕ ਤਰੀਕੇ ਨਾਲ ਹੋਏ, ਜੋ ਧਰਮ ਪ੍ਰਚਾਰ ਦਾ ਮਿਆਰ ਬਹੁਤ ਡਾਊਨ ਹੋ ਗਿਆ ਉਹਦੀ ਸੰਭਾਲ ਅਸੀਂ ਕਰੀਏ। ਸੋ ਇਸ ਤਰ੍ਹਾਂ ਦੇ ਸਾਡੇ ਮਿਸ਼ਨ ਨੇ, ਵਿਜ਼ਨ ਨੇ। ਔਰ ਇੱਕ ਗੱਲ ਹੋਰ ਸੰਗਤ ਜੀ, ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਵੋਟ ਕਿਉਂ ਪਾਓ? ਸਾਨੂੰ ਵੋਟ ਇਸ ਕਰਕੇ ਪਾਓ ਕਿ ਤੁਸੀਂ ਨਵੇਂ ਬੰਦਿਆਂ ਨੂੰ ਚਾਂਸ ਦਿਓ। ਜਿਹੜੀ ਪੁਰਾਣੀਆਂ ਦੋ ਪਾਰਟੀਆਂ ਸਨ, ਤੁਸੀਂ ਇਹਨਾਂ ਨੂੰ ਵਰਤ ਕੇ ਦੇਖ ਚੁੱਕੇ ਹੋ। ਉਹ ਬਸ ਇੱਕ ਜਾਂਦਾ ਇੱਕ ਆਉਂਦਾ। ਇਹ ਦੋਨਾਂ ਪਾਰਟੀਆਂ ਨੇ ਹੀ ਮਿਲ ਕੇ ਦਿੱਲੀ ਕਮੇਟੀ ਦਾ, ਦਿੱਲੀ ਦੇ ਸਿੱਖਾਂ ਦਾ ਜੋ ਇੱਕ ਜੋ ਮਿਆਰ ਸੀ, ਮੈਂ ਕਹਿੰਦਾ ਇੱਕ ਜੋ ਸਾਡੀ ਹਾਈਟ ਸੀ, ਉਹਨੂੰ ਬੜਾ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਦੇਖੋ, ਦੋਨੋਂ ਪਾਰਟੀਆਂ ਇੱਕ ਦੂਜੇ ਨੂੰ ਚੋਰ ਔਰ ਝੂਠਾ ਸਾਬਤ ਕਰ ਰਹੀਆਂ ਹਨ। ਅਸੀਂ ਕਿਸੇ ਨੂੰ ਚੋਰ ਨਹੀਂ ਕਹਿ ਰਹੇ, ਕਿਸੇ ਨੂੰ ਝੂਠਾ ਨਹੀਂ ਕਹਿ ਰਹੇ, ਲੇਕਿਨ ਅਸੀਂ ਸੱਚ ਦੇ ਨਾਲ ਹਾਂ। ਤੁਸੀਂ ਨਵੇਂ ਬੰਦਿਆਂ ਨੂੰ ਚਾਂਸ ਦਿਓ, ਨਵੇਂ ਬੰਦਿਆਂ ਨੂੰ ਅੱਗੇ ਲੈ ਕੇ ਆਓ। ਕਿਉਂ ਕਿ ਸਾਡਾ ਵਿਜ਼ਨ, ਸਾਡਾ ਜੋ ਵਿਜ਼ਨ ਹੈ, ਸਾਡਾ ਜੋ ਮਿਸ਼ਨ ਹੈ, ਉਹ ਬਹੁਤ ਕਲੀਅਰ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਸੰਗਤ ਦੀ ਸੇਵਾ ਕਰੀਏ। ਸੇਵਾ ਹੀ ਸਾਡਾ ਮੁੱਢਲਾ ਸਾਡਾ ਕਰਤੱਵ ਉਹ ਸੇਵਾ ਹੈ। ਮੈਂ ਸੰਗਤ ਜੀ ਅੱਜ ਇੱਕ ਹੋਰ ਗੱਲ ਸ਼ੇਅਰ ਕਰਨੀ ਚਾਹਾਂਗਾ ਕਿ ਜੋ ਪਿੱਛੇ 8-10 ਸਾਲ ਸਰਨਾ ਸਾਹਿਬ ਦੇ ਰਹੇ, ਜਾਂ ਜੋ ਹੁਣ 8 ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਰਹੇ ਨੇ, ਇਸ ਸਾਰੇ ਪੀਰੀਅਡ ਵਿੱਚ ਐਜੂਕੇਸ਼ਨ ਦਾ ਮਿਆਰ, ਹੋਰ ਵੀ ਜੋ ਗੁਰਦੁਆਰਿਆਂ ਦੇ ਸੁੰਦਰੀਕਰਨ ਦਾ ਮਿਆਰ ਹੈ, ਉਹ ਬਹੁਤ ਡਾਊਨ ਹੋ ਰਿਹਾ ਹੈ। ਸੋ ਮੈਂ ਰਿਕੁਐਸਟ ਕਰਾਂਗਾ ਤੁਸੀਂ ਨਵੇਂ ਬੰਦੇ ਲੈ ਕੇ ਆਓ, ਨਵੇਂ ਚਿਹਰੇ ਹੋਣ, ਐਜੂਕੇਟਡ ਚਿਹਰੇ ਹੋਣ, ਪੜ੍ਹੇ ਲਿਖੇ ਲੋਕ ਹੋਣ, ਜਿਨ੍ਹਾਂ ਨੂੰ ਧਰਮ ਦੀ ਸਮਝ ਹੋਏ, ਇਹਨਾਂ ਨੂੰ ਲੈ ਕੇ ਆਓ। ਇਹ ਸਾਡਾ ਇੱਕ ਮਿਸ਼ਨ ਹੈ। ਇਸ ਕਰਕੇ ਅਸੀਂ ਤੁਹਾਡੀ ਕਚਹਿਰੀ 'ਚ ਖੜੇ ਹਾਂ, ਤੁਹਾਡੇ ਕੋਲ ਵੋਟਾਂ ਮੰਗ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।